ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਮਿਰਥਾ ਜਾਤ ਰੰਗ ਮਾਇਆ ਕੈ। ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨ ਜਾਣਿਆ ਹਰਿ ਰਾਇਆ।
ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਇਹ ਜਨਮ ਤੁਮਾਰੇ ਲੇਖੇ ਲੇਖੇ ਦੇ ਵਿੱਚ ਲਾਵੋ, ਜਨਮ ਤੁਮਾਰੇ ਲੇਖੇ ਲੇਖੇ ਦੇ ਵਿੱਚ ਲਾਵੋ ਜੀ। ਇਹ ਜਨਮ ਤੁਮਾਰੇ ਲੇਖੇ ਲੇਖੇ ਦੇ ਵਿੱਚ ਲਾਵੋ, ਜਨਮ ਤੁਮਾਰੇ ਲੇਖੇ ਲੇਖੇ ਦੇ ਵਿੱਚ ਲਾਵੋ ਜੀ। ਲੇਖੇ ਦੇ ਵਿੱਚ ਲਾਵੋ ਜੀ, ਲੇਖੇ ਦੇ ਵਿੱਚ ਲਾਵੋ, ਲਾਵੋ ਜੀ, ਲੇਖੇ ਦੇ ਵਿੱਚ ਲਾਵੋ ਜੀ। ਇਹੋ ਜਨਮ ਤੁਮਾਰੇ ਲੇਖੇ ਲੇਖੇ ਦੇ ਵਿੱਚ ਲਾਵੋ, ਇਹ ਜਨਮ ਤੁਮਾਰੇ ਲੇਖੇ ਲੇਖੇ ਦੇ ਵਿੱਚ ਲਾਵੋ ਜੀ। हम सर दीन दयाल न तुम सर, अब पतियार क्या कीजै। बचनी तोर मोर मन मानै, जन को पूर्ण दीजै। हूँ बल बल जाऊं रमैया कारने, कारण कमन अबोल। बहुत जन्म बिछरे थे माधो, एहो जन्म तुम्हारे लेखे। कह रविदास आस लग जीवा, चिर पयो दर्शन देखे। एहो जन्म तुम्हारे लेखे, लेखे विच लावो वाहिगुरु। जन्म तुम्हारे लेखे, लेखे विच लावो वाहिगुरु।
जन्म तुम्हारे लिख तुम्हारे, तुम्हारे वाहिगुरु लिखे है, लिख विच लालो वाहे। एहो जन्म तुम्हारे लिख, लिख विच लावो वाहिगुरु। लिखे विच लिखे दे विच जी लावो वाहिगुरु। 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 जन्म तुम्हारे लिख तुम्हारे, तुम्हारे वाहिगुरु लिखे है, लिख विच लावो वाहिगुरु। एह जन्म तुम्हारे लिखे, लिख विच लावो वाहिगुरु। परम सत्कारयोग सतगुरां दी साजी और निवाजी सतगुरु जी का खास रूप गुरु खालसा साध संगत जी, जिन्नी भी संगत सरवरे कायनात वालिया दो जहान समुची मनुखता दे अवतार धन 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 साहिब श्री गुरु ग्रंथ साहिब महाराज के चरणों में सुभाएमान है। जुड़ बैठी है गुरु प्यारी साध संगत जी। सब तो पहला फतेह की सांझ बुलाओ, पाओ फतेह बुलाओ। सारे गज वज के बोलो जी वाहिगुरु जी का खालसा वाहिगुरु जी की फतेह। बबाणियां कहानियां पुत सपुत करेन। गुरु घर दे प्रीतवान स्वर्गवासी सरदार बाबा सिंह जी नंबरदार जी मिठी याद वरीड़े नूं कराउंदे होए उन्हां दा परिवार सरदार स्वर्ण सिंह जी, सरदार निशान सिंह जी तथा समूह परिवार मिल के तुरकी बाणी आई तिन सगली चिंत मटाई। रब्बी बाणी दा जाप
ਸ਼੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਆਪਣੇ ਘਰ ਵਿੱਚ ਪ੍ਰਾਰੰਭ ਕਰਵਾਇਆ। ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਤੋਂ ਮੱਧ ਤੋਂ ਸੰਪੂਰਨਤਾ ਦਾ ਭੋਗ ਪਾਇਆ ਗਿਆ ਹੈ। ਭੋਗ ਤੋਂ ਉਪਰੰਤ ਗੁਰੂ ਕਿਆਂ ਦੇ ਵਾਕ ਨੇ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹੁਣ ਥੋੜਾ ਸਮਾਂ ਹਰੀ ਜਸ ਕੀਰਤਨ, ਗੁਰ ਇਤਿਹਾਸ, ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਜਾਣਗੀਆਂ। 3 ਦਿਨਾਂ ਤੋਂ ਪਰਿਵਾਰ ਤਨ ਮਨ ਧਨ ਨਾਲ ਸੇਵਾ ਕਰ ਰਿਹਾ ਹੈ। ਗੁਰੂ ਕਿਰਪਾ ਕਰੇ, ਮਹਾਰਾਜ ਪਰਿਵਾਰ ਦੀ ਕੀਤੀ ਸੇਵਾ ਲੇਖੇ ਲਾਉਣ, ਪ੍ਰਵਾਨ ਕਰਨ। ਉਹਨਾਂ ਦੇ ਬੱਚਿਆਂ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ। ਸੋ ਸਾਧ ਸੰਗਤ ਜੀ, ਜਿਵੇਂ ਆਪਾਂ ਖੇਤ ਵਿੱਚ ਫਸਲ ਬੀਜਦੇ ਹਾਂ, ਜੈਸੀ ਵੀ ਫਸਲ ਬੀਜਦੇ ਹਾਂ ਵੈਸਾ ਹੀ ਵੱਢਦੇ ਹਾਂ। ਮੰਨ ਲਓ ਕਈਆਂ ਨੇ ਹੁਣ ਬਾਸਪਤੀ ਲਾਈ ਹੈ, ਉਹ ਹਜੇ ਵੱਢਣੀ ਹੈ। ਜਿਨ੍ਹਾਂ ਨੇ ਪੀਅਰ ਲਾਈ, ਹੋਰ ਲਾਈ, ਉਹ ਵੱਢ ਲਈ ਉਹਨਾਂ ਨੇ। ਇਸ ਤਰ੍ਹਾਂ ਹੀ ਹੋਰ ਫਸਲਾਂ ਵੀ, ਜਿਵੇਂ ਫਲ ਦੇ ਬੂਟੇ ਲਾਈਏ ਫਲ ਮਿਲਦੇ ਨੇ, ਕਿੱਕਰ ਦੇ ਬੂਟੇ ਵੀ ਲਾਈਏ ਤੇ ਕੰਡੇ ਚੁੱਭਦੇ ਨੇ। ਸਤਿਗੁਰ ਨੇ ਬਾਣੀ ਵਿੱਚ ਸਮਝਾਇਆ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ। ਮਹਾਰਾਜ ਕਹਿੰਦੇ ਸਰੀਰ ਰੂਪੀ ਖੇਤ ਹੈ, ਰੱਬ ਵੱਲੋਂ ਤੈਨੂੰ ਮਿਲਿਆ। ਖੇਤ ਵੀ ਮਿਲਿਆ, ਵਿੱਚ ਬੀਜ ਜਿਹੜਾ ਪਾਉਣਾ ਉਹ ਵੀ ਮਿਲਿਆ। ਬੀਜ ਪਾਉਣਾ ਹੈ, ਜੇ ਨਹੀਂ ਪਾਉਣਾ ਤੇਰੀ ਮਰਜ਼ੀ, ਉਹ ਤੇਰੇ ਤੇ ਡਿਪੈਂਡ ਰੱਖਿਆ। ਤੈਨੂੰ ਸਮੱਤ ਵੀ ਦੇਤੀ ਪ੍ਰਮਾਤਮਾ ਨੇ, ਮਾਈਂਡ ਦਿਮਾਗ ਵੀ ਦੇਤਾ, ਸੋਚਣ ਸ਼ਕਤੀ, ਸਮਝਣ ਸ਼ਕਤੀ, ਫਿਰ ਕਰਨ ਸ਼ਕਤੀ, ਹੱਥਾਂ ਪੈਰਾਂ ਦੀ ਸ਼ਕਤੀ, ਸਭ ਦੇਤਾ। ਤੇ ਸਾਹਮਣੇ ਦ੍ਰਿਸ਼ਟਾਂਤ ਵੀ ਦੇਤੇ। ਜਿਵੇਂ ਦੁਨਿਆਵੀ ਖੇਤਾਂ ਵਿੱਚ ਬੀਜ ਬੀਜਦੇ ਆ, ਜਿਵੇਂ ਦਾ ਬੀਜਦੇ ਆ ਉਵੇਂ ਦਾ ਵੱਢਦੇ ਆ। ਸਰੀਰ ਰੂਪੀ ਖੇਤ ਦੀ ਤੁਲਨਾ ਕਰਦੇ ਨੇ ਸਮਝਾਉਣ ਵਾਸਤੇ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਹੈ। ਜਿਹੜਾ ਸਰੀਰ ਰੂਪੀ ਖੇਤ ਵਿੱਚ ਬੀਜ ਬੀਜੇਗਾ, ਵਕਤਿਆਂ ਤੋਂ ਹੀ ਨਤੀਜਾ ਨਿਕਲਣਾ ਹੈ। ਜੇ ਤਾਂ ਪਾਪ ਕਰੇਗਾ, ਵਿਸ਼ੇ ਵਿਕਾਰ ਕਰੇਗਾ, ਤਾਂ ਉਹਦਾ ਨਤੀਜਾ ਹੈ ਦੁੱਖ, ਪਾਪ ਦਾ ਨਤੀਜਾ ਦੁੱਖ। ਜੇ ਪੁੰਨ ਕਰਮ ਕਰੇਗਾ, ਸਤਸੰਗ ਕਰੇਗਾ, ਸਿਮਰਨ ਕਰੇਗਾ, ਨਾਮ ਜਪੇਗਾ, ਜਾਂ ਫਿਰ ਭਲੇ ਦੇ ਕੰਮ, ਗਰੀਬ ਗਊ ਦਾ ਭਲਾ ਕਰੇਗਾ, ਉਹ ਤੇਰਾ ਪੁੰਨ 'ਚ ਤਬਦੀਲ ਹੋ ਜਾਏਗਾ। ਪੁੰਨ ਦਾ ਨਤੀਜਾ ਹੈ ਸੁੱਖ। ਆਪਾਂ ਕਹਿੰਦੇ ਆ ਬੰਦੇ ਦੀ ਕਿਸਮਤ ਬੜੀ ਤੇਜ਼ ਹੈ, ਤੇ ਕਿਸਮਤ ਕਿਹਨੇ ਬਣਾਈ ਹੈ? ਕਹਿੰਦੇ ਜੀ ਰੱਬ ਨੇ। ਨਹੀਂ, ਜਿਵੇਂ ਦੀ ਲਿਖਾਈ ਹੈ, ਜਿਵੇਂ ਦੀ ਕਰਨੀ ਕੀਤੀ ਉਵੇਂ ਦੀ ਲਿਖੀ ਗਈ ਹੈ। ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਵੇਂ ਦੀ ਕਰਨੀ ਕੀਤੀ, ਕਿਸਮਤ ਆਪ ਬਣਾਉਣੀ ਹੈ ਤੁਸੀਂ। ਚੰਗੇ ਕੰਮ ਕਰਾਂਗੇ ਚੰਗੀ ਕਿਸਮਤ ਬਣੇਗੀ, ਬੁਰੇ ਕੰਮ ਕਰਾਂਗੇ ਤਾਂ ਬੁਰੇ ਕੰਮ। ਕਹਿੰਦੇ ਕੋਈ ਬੁਰਾ ਕਰਮ ਕੀਤਾ ਸੀ ਇਹਨੇ, ਉਹ ਅੱਗੇ ਆ ਗਿਆ, ਉਹਨੇ ਕੀਤਾ ਸੀ। ਕਿਉਂਕਿ ਤੁਲਸੀਦਾਸ ਜੀ ਕਹਿੰਦੇ ਨੇ, ਪਹਿਲੇ ਬਣੀ ਪ੍ਰਾਰਬਧ, ਪਾਛੈ ਬਣਾ ਸਰੀਰ। ਤੁਲਸੀਦਾਸ ਜੀ ਕਹਿੰਦੇ ਪਹਿਲਾਂ ਪ੍ਰਾਰਬਧ, ਜਿਹਨੂੰ ਪ੍ਰਾਰਬਧ ਵੀ ਲਿਖਿਆ, ਤੇ ਫਿਰ ਸਰੀਰ ਬਣਿਆ। ਜਿਹੜੇ ਪਿਛਲੇ ਪੂਰਬਲੇ ਕਰਮਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੋਹਰ ਲਾਈ ਹੈ। ਜਿੰਨੀ ਬਾਣੀ ਦੇ ਵਿਚਾਰ, ਇਹ ਵੀ ਬਾਣੀ ਦੀਆਂ ਵਿਚਾਰਾਂ ਨਾਲ ਦੇਵਾਂਗੇ ਵੀ ਬਾਣੀ ਮੰਨਦੀ ਹੈ ਕਿ ਨਹੀਂ ਮੰਨਦੀ। ਜਿੱਥੇ ਆਪਾਂ ਬੈਠੇ ਹਾਂ ਬਾਣੀ ਮੰਨਦੀ ਹੈ, ਕਹਿੰਦੀ ਤੇਰਾ ਕੋਈ ਪਿਛਲਾ ਬੀਜਿਆ ਹੋਇਆ ਸੀ, ਤੂੰ ਰੱਬ ਦੇ ਨੇੜੇ ਹੋ ਗਿਆ, ਬਾਣੀ ਦੇ ਸਿਮਰਨ ਦੇ।
ਜਿਹੜਾ ਕੋਈ ਤੇਰਾ ਮਾੜਾ ਨਿੰਦਨੀ ਕਰਮ ਹੈ, ਹੁਣ ਗੁਰੂ ਘਰ ਜਾਣ ਨਹੀਂ ਦਿੰਦਾ, ਬਾਣੀ ਦੇ ਨੇੜੇ, ਸਿਮਰਨ ਦੇ ਨੇੜੇ, ਨਾਮ ਦੇ ਨੇੜੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਪੁਰਬ ਲਿਖੇ ਕਾ, ਪਿਛਲਾ। ਬਾਣੀ ਮੰਨ ਰਹੀ ਹੈ ਫਿਰ ਵੀ ਜੋ ਪਿੱਛੇ ਕੀਤਾ ਸੀ। ਬੈਂਕ ਦੇ ਵਿੱਚ ਕਿਹੜੇ ਲਾਈਨ 'ਚ ਖੜਦੇ ਨੇ ਜਿਨ੍ਹਾਂ ਦਾ ਅਕਾਊਂਟ ਖੁੱਲਿਆ, ਅਕਾਊਂਟ ਹੀ ਨਹੀਂ ਖੁੱਲਿਆ ਜਿਨ੍ਹਾਂ ਦੇ ਪੈਸੇ ਵੀ ਜਮ੍ਹਾਂ ਨੇ ਬੈਂਕ ਵਿੱਚ। ਉਹ ਇਸੇ ਤਰ੍ਹਾਂ ਇੱਥੇ ਕਿਹੜੇ ਲਾਈਨ 'ਚ ਲੱਗਦੇ ਨੇ, ਕਿਹੜੇ ਬਹਿੰਦੇ ਨੇ ਸਤ ਸੰਗਤ ਵਿੱਚ, ਪੁਰਬ ਲੇਖੇ ਕਾ ਲੈਣਾ। ਬਾਣੀ ਕਹਿੰਦੀ ਪਿਛਲਾ ਕਰਮ ਬੀਜਿਆ ਹੋਇਆ ਭਗਤੀ ਦਾ। ਆ ਬਾਪੂ ਜੀ ਇੰਨੀ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਬਾਪੂ ਦਰਬਾਰ ਸਾਹਿਬ, ਹੋਰ ਸੰਗਤਾਂ ਜੁੜੀਆਂ, ਇਹ ਆਪਣੇ ਕਰਮ ਕੁਸ਼ਲੇ ਕੀਤੇ ਹੋਏ ਨੇ। ਕੋਈ ਖੁਸ਼ਾਮਦੀ ਨਹੀਂ ਹੈ ਵੀ ਆਪਾਂ ਖੁਸ਼ਾਮਦੀ ਕਰ ਰਹੇ ਹਾਂ ਜੀ ਉਹਨਾਂ ਦੀ, ਨਹੀਂ ਨਹੀਂ, ਇਹ ਕਿਰਪਾ ਦੀ ਨਿਸ਼ਾਨੀ ਹੈ, ਵਾਹਿਗੁਰੂ ਦੀ ਕਿਰਪਾ, ਬੀਜਿਆ ਨਾਮ ਬੀਜ ਪਿੱਛੇ। ਮਹਾਰਾਜ ਦੀ ਬਾਣੀ ਕਹਿੰਦੇ ਪੁਰਬ ਲਿਖੇ ਕਾ ਲੈਣਾ। ਇਸ ਕਰਕੇ ਸਾਧ ਸੰਗਤ ਜੀ, ਸਰੀਰ ਰੂਪੀ ਖੇਤ ਵਿੱਚ ਜਿਵੇਂ ਦਾ ਬੀਜ ਬੀਜੇਗਾ ਉਵੇਂ ਦਾ ਵੱਢੇਗਾ, ਜਿਵੇਂ ਜਿਵੇਂ ਦਾ ਕਰਮ ਕਰੇਗਾ ਉਵੇਂ ਉਵੇਂ ਦਾ ਫਲ ਮਿਲੇਗਾ। ਬਾਣੀ ਸਾਨੂੰ ਕਿਉਂ ਸਮਝਾਉਂਦੀ ਹੈ? ਫਰੀਦਾ ਜਿੰਨੀ ਕਮੀ ਤੇ ਕਮੜੇ, ਕੰਮ ਦਾ ਨਾਂ ਕਰਮ ਹੈ ਤੇ ਕਰਮ ਦਾ ਨਾਂ ਅੱਗੇ ਫਿਰ ਭਾਗ ਬਣ ਜਾਂਦਾ, ਕਿਸਮਤ। ਕੰਮ ਕੀਤਾ ਕਰਮ ਬਣ ਗਿਆ, ਕਰਮ ਨੂੰ ਕਿਸਮਤ ਤੇ ਤਬਦੀਲ ਕਰ ਲੋ ਭਾਗ 'ਚ। ਇਸੇ ਤਰ੍ਹਾਂ ਸਾਧ ਸੰਗਤ ਜੀ, ਬਾਣੀ ਕਹਿੰਦੀ ਹੈ ਜਿਵੇਂ ਦਾ ਕਰਮ ਕਰੇਗਾ ਵੈਸਾ ਹੀ ਤੈਨੂੰ ਫਲ ਮਿਲੇਗਾ। ਤੇ ਬਾਣੀ ਕਹਿੰਦੀ ਹੈ ਜਿਹੜੇ ਕੰਮਾਂ ਵਿੱਚ ਕੋਈ ਫਾਇਦਾ ਨਹੀਂ, ਕੋਈ ਗੁਣ ਨਹੀਂ, ਉਹ ਨਾ ਕਰਿਆ ਕਰ। ਬਾਬਾ ਫਰੀਦ ਜੀ ਦੀ ਬਾਣੀ, ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ, ਉਹ ਕੰਮ ਭੁਲਾ ਦੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਹਿੰਦੇ ਨੇ, ਪੰਜਵੇਂ ਪਾਤਸ਼ਾਹ, ਜਹ ਕਰਨੀ ਹੋਵੇ ਸ਼ਰਮਿੰਦਾ, ਇਹਾ ਕਮਾਨੀ ਰੀਤ। ਉਹ ਨਾ ਰੀਤ ਅਪਣਾਈ ਜਿਹੜੀ ਰੀਤ ਕਰਕੇ ਕੰਮ ਕਰਕੇ ਸ਼ਰਮਿੰਦਾ ਹੋਣਾ ਪਵੇ, ਉਹ ਨਾ ਮਹਾਰਾਜ ਕਹਿੰਦੇ। ਨਹੀਂ ਤੇ ਦਰਬਾਰ ਇੱਥੇ ਵੀ ਕਈ ਵਾਰ ਪੰਚਾਇਤ ਵਿੱਚ ਸਿਰ ਨੀਵਾਂ ਹੋ ਜਾਂਦਾ ਹੈ, ਤੇ ਅੱਗੇ ਵੀ ਮਹਾਰਾਜ ਕਹਿੰਦੇ ਦਰਗਾਹ ਵਿੱਚ ਉਹਨਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਸਾਧ ਸੰਗਤ ਜੀ, 3 ਪ੍ਰਕਾਰ ਦੀ ਮੌਤ ਹੈ। ਇੱਕ ਸਰੀਰ ਦੀ ਮੌਤ ਹੈ, ਸਰੀਰ ਦੀ। ਇੱਕ ਜ਼ਮੀਰ ਦੀ ਵੀ ਮੌਤ ਹੁੰਦੀ ਹੈ, ਜ਼ਮੀਰ। ਤੇ ਸਾਧ ਸੰਗਤ ਜੀ, ਇੱਕ ਮੌਤ ਹੈ ਰੱਬ ਨੂੰ ਭੁਲਾ ਦੇਣਾ। ਤੁਸੀਂ ਆਖੋਗੇ ਬਾਣੀ 'ਚ ਲਿਖਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖਿਆ, ਅਸੀਂ ਤਾਂ ਅਰਥ ਕਰਦੇ ਹਾਂ। ਮਹਾਰਾਜ ਕਹਿੰਦੇ ਜਿੰਨੇ ਮਰਜੀ ਗੁਣ ਹੋਣ, ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਗੰਗਾ। ਅੰਗਾ ਨਹੀਂ, ਜਦੋਂ ਉਸਤਾਦ ਮੁਹਾਰ ਨਹੀਂ ਸਿਖਾਉਂਦੇ ਨੇ ਨਾ, ਕਿੰਨਾ ਕਿੰਨਾ ਚਿਰ ਗੰਗਾ ਹੀ ਨਹੀਂ ਬੋਲਣਾ ਹੁੰਦਾ। ਕੋਈ ਅੰਗਾ ਬੋਲੀ ਜਾਂਦਾ, ਕੋਈ ਹੋਰ ਤਰ੍ਹਾਂ ਬੋਲੀ ਜਾਂਦਾ। ਉਸਤਾਦ ਕਹਿੰਦਾ ਜਿਬ ਤਾਲਵੇ ਨੂੰ ਲਾ, ਆਪੀ ਸ਼ੁੱਧ ਬੋਲਿਆ ਜਾਏਗਾ ਗੰਗਾ। ਸਾਧ ਸੰਗੀ ਬਾਣੀ ਕਹਿੰਦੀ ਗਿਆਨੀ ਮੁਖ ਧਨਵੰਤ, ਅਤਾਂ ਦਾ ਸੁੰਦਰ ਹੋਵੇ ਤੇ ਕੋਲੋਂ ਦੀ ਉੱਚੀ ਹੋਵੇ। ਤੇ ਸਾਧ ਸੰਗੀ ਮੁਖ ਗਿਆਨੀ ਧਨਵੰਤ, ਗਿਆਨਵਾਨ ਇੰਨਾ ਹੋਵੇ ਵੀ ਕੀ ਕਹਿਣਾ ਹੁੰਦਾ, ਵੇਦਾਂ ਤੱਕ ਜਾਣਦਾ ਹੋਵੇ। ਧਨਵੰਤ, ਕੋਈ ਮਾਇਆ ਦੀ ਕਮੀ ਨਾ ਹੋਵੇ। ਇਹ ਸਾਰੀਆਂ ਗੱਲਾਂ ਹੋ ਗਈਆਂ, ਇਹਨਾਂ ਵਿੱਚ ਇੱਕ ਗੱਲ ਨਹੀਂ ਰੱਬ ਦੇ ਨੇੜੇ ਨਹੀਂ। ਬਾਣੀ ਕੀ ਕਹਿੰਦੀ ਹੈ? ਮਿਰਤਕ ਕਹੀਐ ਨਾਨਕਾ, ਜਹ ਪ੍ਰੀਤ ਨਹੀਂ ਭਗਵੰਤ। ਮਿਰਤਕ ਕਹੀਐ ਨਾਨਕਾ, ਮਿਰਤਕ ਕਹੀਐ ਨਾਨਕਾ।
जह प्रीत नहीं भगवंत मृतक कहिए नानका। प्रीत नहीं भगवंत मृतक कहिए नानका। हाथ सुंदर खोलीन चतर मुख ज्ञानी तनव मृतक कहिए नानका। जे प्रीत नहीं भगवंत। इस करके सरीर रूपी खेत विच एक परमात्मा दे प्रीत दा भी बीज बीजना नाम दा। तुलसीदास जी कहंदे ने पहले बनी प्रारबध पाछे बना शरीर। ते बाणी कहंदी है पहलो दैता रिजको पाहा पिछो दैता। बाणी भी मनदी पई है पहला रब ने प्रारबध बनाई है, अरेंजमेंट कीता है भी की खाना है, किवें विचरना है। क्यों? उहदे कर्मां अनुसार करमी आपो अपनी। जैसी कलम मुड़ी है मस्तक तैसी जीअड़े पास। ये मत्थे ते भी लेख लिखिया हुंदा। इस करके वो तत बेता सतपुरुषां नूं ही समझ आ सकदा। वो विद्या जिवें इंग्लिश जिहड़ा पढ़िया इंग्लिश लैंगुएज वधिया पढ़ लैंदा, उर्दू पढ़िया अपने वास्ते लीकां जियां ने, जिहड़ा पढ़दा उहदे वास्ते भाषा। इसे तरह मत्थे ते एक लेख हुंदा है, जिहड़ी मत्थे दी हड्डी हुंदी है ना, जदों संस्कार तो बाद चुगदे ने, किते मत्थे दी हड्डी मिल जे ऐ लीक जी वजी हुंदी मड़ी जी पुट्ठी सीधी जी, वो लेख लिखिया हुंदा है। महाराज कहंदे ने जैसी कलम गुड़ी है मस्तक तैसी जीड़े पास। ये विखाया सी किसी सज्जन ने तां करके फुल्लां दी अरदास करनी सी। वो कहंदे आ वेखो लोकी कहंदे मस्तक ते लेख हुंदे ने, आवे पिया होया। बाणी भी कहंदी है साध संग जी जिवें जिवें दे शरीर रूपी खेत विच बीज बीजी जांदा, कर्म करी जांदा है। रब दा कोई दोष नहीं है। जे माड़ा हो गया रब ने कीता, जे किते कोई चंगा हो गया मैं देख भज दौड़ नहीं कीती सी, बड़ी भज दौड़ कीती मैं कीता। जे किते बुरा हो गया चलो परमात्मा दे हत्थ है, अपने हत्थ की है भी परमात्मा बुरा करदा है। नहीं प्यारिया तेरे कर्म ने, बुरा भी जे तेरे अगे आया तेरा कर्म कोई कीता होया, रब नहीं करदा। जे रब बुरा करन लग जे फिर भला कौन करेगा। बाणी कहंदी है तुम करो भला हम भलो ना जाने। बाणी कहंदी है भला करदा तू तां परमेश्वर है वाहिगुरू, बुरा नहीं करदा, सब दा भला। सतगुर सबना दा भला मनाइंदा तिस दा बुरा क्यों होए। सतगुर नूं जिहा कोई इच्छदा तेहा फल पाए कोई। जिवें दी भावना जिवें दा बीज। सतगुर इस तरह है जिवें आईना होवे, आईने विच जिवें दा स्वरूप बन के बना के वेखोगे, पग बन के वेखोगे पग सोहना लगेगा, बिना पग तो वेखेगा उवें दिखेगा। सतगुर इस तरह आईनी की तरह जिवें दा जीवन बना के वेखेगा ना, शरदा धार के भी रब है गुरु ग्रंथ साहिब महाराज, फिर रब ही है। वाह वाह बाणी निरंकार है। ते जे भावना फिर किताब दी है, फिर उवें दा ही फल मिलदा। फिर भावें गुरुद्वारे आ भावें ना होया मरगा, क्योंकि भावना है ना, भावना च फर्क है। भावनी भगत पाए कौडी अगर भाग राखे ताहे गुर सरब निधान दान। भाई गुरदास जी कहते हैं जिन्हों ने गुरु ग्रंथ साहिब महाराज लिखे, भावनी ते डिपेंड है तेरी जिवें दी भावना होएगी। इस करके सो साध संग जी
ਇਹ ਸਹੀ ਰੂਪੀ ਖੇਤ ਵਿੱਚ ਜਿਵੇਂ ਦਾ ਬੀਜ ਬੀਜਿਆ ਜਾਵੇ ਉਵੇਂ ਦਾ ਵੱਢਿਆ ਜਾਂਦਾ। ਸਾਨੂੰ ਸਤਿਗੁਰ ਦੀ ਬਾਣੀ ਕਹਿੰਦੀ ਹੈ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਬਾਣੀ ਕਹਿੰਦੀ ਬੀਜ ਸਹੀ ਰੂਪੀ ਖੇਤ 'ਚ ਬੀਜ ਬੀਜ। ਹੁਣ ਸਾਧ ਸੰਗਤ ਜੀ ਕਈ ਕਹਿ ਦਿੰਦੇ ਨੇ ਵੀ ਜੋਤ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋਤ ਆਇਆ ਨਾ, ਉਹ ਸਹੀ ਰੂਪੀ ਜੋਤ ਦਾ ਸ਼ਬਦ ਆਇਆ। ਬਾਹਰਲੀ ਜੋਤ ਦੀ ਕੋਈ ਲੋੜ ਨਹੀਂ ਹੈ ਬਾਹਰ ਜਗਾਉਣ ਦੀ। ਹਾਲਾਂਕਿ ਸਾਡਾ ਬੜਾ ਗੂੜਾ ਸੰਬੰਧ ਹੈ। ਸ੍ਰੀ ਹਰਿਮੰਦਰ ਸਾਹਿਬ ਵਿੱਚ ਜੋਤ ਬਰਕਰਾਰ ਰੱਖਣ ਵਾਸਤੇ 17 ਉਦਾਸੀ ਸ਼ਹੀਦ ਹੋਏ ਨੇ। ਇੱਕ ਦਿਨ ਇੱਕ ਹੁੰਦਾ ਸੀ, ਪਹਿਲਾਂ ਬਣਤ ਬਣਾਈ ਸੀ ਵੀ ਦੀਵਾ ਨਹੀਂ ਬੁੱਝਣ ਦੇਣਾ ਹਰਿਮੰਦਰ ਸਾਹਿਬ, ਸ਼ਹੀਦ ਹੋ ਜਾਣਗੇ ਇੱਕ ਇੱਕ ਕਰਕੇ। ਅੱਜ ਵੀ ਹਰਿਮੰਦਰ ਸਾਹਿਬ ਜੋਤ ਉਹ ਤਾਂ ਪੱਕੀ ਜਾਗਦੀ ਹੈ ਜੀ। ਉੱਪਰ ਜਾ ਕੇ ਮੱਥਾ ਟੇਕੋ, ਖੰਡ ਪਾਠ ਦਾ ਭੋਗ ਪੈਂਦਾ, ਫਿਰ ਦੁਆਰੇ ਖੰਡ ਪਾਠ ਸਾਹਿਬ ਦੇ ਨਾਂ ਰੱਖੀ ਹੋਈ ਹੈ। ਇੱਥੇ ਖੰਡ ਪਾਠ ਦੀ ਲੋੜ ਹੀ ਨਹੀਂ ਜੀ। ਹੁਣ ਤੇ ਬਾਣੀ ਤਾਂ ਫਿਰ ਇਹ ਵੀ ਕਹਿੰਦੀ ਹੈ, ਨਾਮ ਬੀਜ ਸੰਤੋਖ ਸੁਹਾਗਾ। ਬਾਣੀ ਕੋਈ ਕਹਿੰਦੀ ਹੈ, ਤੇ ਬਾਣੀ 'ਚ ਸੁਹਾਗਾ ਵੀ ਆਇਆ, ਫਿਰ ਆਪਾਂ ਆਖੀਏ ਆ ਬਾਹਰਲਾ ਸੁਹਾਗੇ ਦੀ ਕੀ ਲੋੜ ਹੈ? ਬਾਣੀ ਦੇ ਵਿੱਚ ਸੁਹਾਗਾ ਆ ਗਿਆ, ਅੰਦਰ ਦੇ ਸੁਹਾਗੇ ਦੀ ਗੱਲ ਕੀਤੀ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਮਹਾਰਾਜ ਕਹਿੰਦੇ ਨਾਮ ਦਾ ਬੀਜ ਬੀਜੋ ਸਹੀ ਰੂਪੀ ਖੇਤ ਵਿੱਚ। ਨਾਮ ਦਾ ਬੀਜ ਬੀਜ ਕੇ ਰੱਖ ਗਰੀਬੀ ਵੇਸ। ਦੱਸ ਨਾ ਕਿਸੇ ਨੂੰ ਵੀ ਇੰਨੇ ਵਜੇ ਉੱਠਣਾ ਬਾਣੀ ਪੜ੍ਹਨਾ। ਮੰਨ ਲਓ ਇੱਥੇ ਸਰਦਾਰ ਬੈਠੇ ਨੇ, ਮਹਾਰਾਜ ਦੀ ਕਿਰਪਾ ਹੈ, ਕਿਸੇ ਘਰ 5 ਲੱਖ ਪਿਆ ਹੋਵੇ, ਲੱਖ ਪਿਆ ਹੋਵੇ, ਜਾਂ ਕੋਲ ਕਾਰਡ ਜੇ ਪਾਏ ਨੇ ATM ਜੀ ਮੇਰੇ 1 ਕਰੋੜ ਦੇ ਵਿੱਚ, ਦੱਸਦੇ ਤੇ ਨਹੀਂ, ਸ਼ੋਅ ਤੇ ਨਹੀਂ ਕਰਦੇ ਫਿਰਦੇ, ਪੜਦਾ ਨਾ ਉਹਦੇ 'ਚ। ਸਿਆਣੇ ਕਹਿੰਦੇ ਨੇ ਭੋਜਨ ਤੇ ਇੱਕ ਨਾਰੀ ਤੇ ਇੱਕ ਮਾਇਆ, तीनों पड़दे के अधिकारी। पड़दे विच उन्ना फलीभूत हो जाता काम। भजन भी पड़दे च रखना है, भजन रखना है, जे माया रखनी है भजन भी रखना है। नारी दी तां फिर महाराज ने मर्यादा साडी गुरसिख जीवन का जिहड़ी सभ्यता है, कल्चर है साडा, बड़ा सोहना है। इस करके साध संगत जी नाम जप के फिर दसना नहीं किन्ने बजे उठना है, दसना नहीं। ਜਿਹੜੇ ਦੱਸਦੇ ਨੇ ਮੈਂ ਉੱਥੇ ਸੁਰਤ ਲੈ ਗਿਆ, 10ਵੇਂ ਦਵਾਰ 'ਤੇ ਲੈ ਗਿਆ, ਮੈਨੂੰ ਇੱਥੇ ਦਰਸ਼ਨ ਹੋ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਬਕਵਾਸ ਕਰਦੇ ਨੇ। ਕਾਹੇ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ। ਬਕਵਾਦ ਕਹਿੰਦੇ ਨੇ, ਬਕਵਾਸ ਮਹਾਰਾਜ ਬਾਣੀ ਕਹਿੰਦੀ, ਕਹਿੰਦੇ ਜਿਹੜੇ ਰੌਲਾ ਪਾਉਂਦੇ ਨੇ ਉਹ ਤਾਂ ਐਵੇਂ ਝੱਕ ਮਾਰਦੇ ਨੇ, ਪਤਾ ਨਹੀਂ ਉਹਨਾਂ ਨੂੰ ਕੁਛ। ਉਹਨਾਂ ਦੀ ਹਾਲਤ ਤਾਂ ਇਸ ਤਰ੍ਹਾਂ, ਕਹਿਤ ਕਬੀਰ ਗੁੰਗੇ ਗੁੜ ਖਾਇਆ पूछे ते क्या कही है। जिवें गूंगे नूं गुड़ खवा के स्वाद पुछो दसदा नहीं। जिहड़ा रब नाल सुरत टिकन लग गई वो दस नहीं सकदा, जोड़ सकदा, दस नहीं सकदा। ये बाणी कहंदी है। इस करके साध संगत जी महाराज कहंदे नाम बीज बीज के ਸੇ रूपी खेत विच गुरु नानक देव महाराज जी कहंदे ने रख गरीबी वेश। ते सच्चे पातशाह कहंदे संतोख दा सुहागा मार देना। जो नाम जपना ना, ये नहीं मैं अज पाठ किया जपजी साहब का, शाम तक काम बनया तो है, शाम तक एक जपजी साहब का पाठ किया, शाम तक काम नहीं बनया। संतोख रूपी सुहागा फेर देना, छड़ देना बीज के, दया करके, परोपकार करके, भला करके, नाम जप के, सिमरन कर जमेगा जरूर। जे दुनियावी बीज जमदा पिया है फिर नाम दा बीज, एक जपजी साहब दा पाठ भी बिरथा नहीं जाएगा। एक वरी एक ओंकार क्या भी बिरथा नहीं, एक वरी वाहिगुरु क्या भी बिरथा नहीं। भावें तुरदे फिरदे जिवें मर्जी जप ले, उठत बैठत सोवत जागत ये मन तुझे चेता। कंडीशन नहीं रखी मारे ने भी तू चिट्टा चोला पाएगा, चौंकड़ा मारेगा तां ही तेरा प्रवान हो। फिर तो खेती करने बैठे ने भाजी सारे, फिर तो रब बहुत दूर इन्होंने वास्ते नहीं।
ਮਹਾਰਾਜ ਕਹਿੰਦੇ ਭਾਵੇਂ ਖੇਤਾਂ 'ਚ ਵੀ ਕੰਮ ਕਰ, ਵਾਹਿਗੁਰੂ ਵਾਹਿਗੁਰੂ ਤੇਰਾ ਸਵਾਸ ਲੇਖੇ ਪਏਗਾ, ਤੇਰੀ ਉਮਰਾਂ ਲੇਖੇ ਵਿੱਚ ਪਏਗੀ, ਤੇਰਾ ਜਨਮ ਸਫਲਾ ਹੋਵੇਗਾ। ਸੰਤੋਖ ਦਾ ਸੁਹਾਗਾ ਮਾਰ ਦੇਣਾ। ਹੁਣ ਆਪਾਂ ਕਣਕ ਬੀਜਣੀ ਨਾ ਕੱਤਕ 'ਚ, ਕਣਕ ਦਾ ਕੇਰਾ ਕਰਕੇ ਸੁਹਾਗਾ ਪੱਕਾ ਮਾਰਨਾ। ਵੀਰ ਜੀ ਬੈਠੇ ਨੇ ਖੇਤੀ ਕਰਨ ਵਾਲੇ ਸਾਰੇ ਮਾਰਦੇ ਨਾ ਪੜਦਾ, ਤੇ ਜਿਹੜਾ ਬੀਜ ਨੰਗਾ ਰਹਿ ਜੇ, ਹਵਾ ਲੱਗ ਗਈ, ਫਿਰ ਕਈ ਵਾਰ ਹੁੰਦਾ ਵੀ ਨਹੀਂ। ਬਾਣੀ ਵੀ ਉਹੀ ਕਹਿ ਰਹੀ ਹੈ, ਨਾਮ ਦਾ ਬੀਜ ਬੀਜ ਕੇ ਸੰਤੋਖ ਰੂਪੀ ਸੁਹਾਗਾ ਫੇਰ ਦੇਣਾ। ਨਾਮ ਬੀਜ ਸੰਤੋਖ ਸੁਹਾਗਾ, ਮਤਲਬ ਸਬਰ ਰੱਖਣਾ, ਸੰਤੋਖ ਰੱਖਣਾ। ਮਿਲੇਗਾ, ਉਹਦੇ ਘਰ ਦੇ ਰਹਿ ਨੇਰ ਮਿਲੇਗਾ, ਕਿਰਪਾ ਹੋਏਗੀ, ਤੇਰਾ ਨਾਮ ਸਿਮਰਨ ਭਜਨ ਪਾਠ ਬਿਰਥਾ ਨਹੀਂ ਜਾਏਗਾ, ਮਿਲੇਗਾ। ਸੰਤੋਖ ਰੂਪੀ ਸੁਹਾਗਾ, ਜਿਵੇਂ ਜ਼ਿਮੀਂਦਾਰ ਸੁਹਾਗਾ ਮਾਰਦੇ ਨਾ, ਬੀਜ ਹੋਏਗਾ, 15 ਕੁ ਦਿਨ ਨਿਕਲਦੇ ਨੇ, 20 ਥੋੜੀ ਥੋੜੀ ਕਣਕ ਨਿਕਲਣੀ ਸ਼ੁਰੂ ਹੋ ਜਾਂਦੀ। ਸੰਤੋਖ ਰੱਖਿਆ ਨਾ, ਸੰਤੋਖ ਦਾ ਸੁਹਾਗਾ। ਇਸ ਤਰ੍ਹਾਂ ਮਾਰ ਕਹਿੰਦੇ ਸੰਤੋਖ ਦਾ ਸੁਹਾਗਾ ਮਾਰਨਾ। ਤੇ ਫਿਰ ਭਾਓ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ। ਉਹਦੇ ਵਿੱਚ ਤੇਰੇ ਪ੍ਰੇਮਾ ਭਗਤੀ ਹੋਵੇ, ਪ੍ਰੇਮ ਹੋਵੇ। ਜਿਵੇਂ ਆਪਾਂ ਕਣਕ ਬੀਜੀ ਨਾ, ਪਾਣੀ ਲਾਉਨੇ, ਪਾਣੀ ਮਿਲੇਗਾ ਤਾਂ ਹੋਏਗੀ ਨਾ। ਫਿਰ ਇਧਰ ਵੀ ਫਿਰ ਪਾਣੀ ਦੇਣਾ ਹੈ ਪ੍ਰੇਮ ਦਾ। ਜੇ ਨਾਮ ਦਾ ਬੀਜ ਬੀਜੇ, ਪ੍ਰੇਮ ਸ਼ਰਧਾ ਇਹ ਜ਼ਰੂਰ ਹੋਣੀ ਚਾਹੀਦੀ। ਕਈ ਕਹਿੰਦੇ ਸ਼ਰਧਾ ਨਹੀਂ ਹੋਣੀ ਚਾਹੀਦੀ, ਅੰਧ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਨਹੀਂ, ਅੰਧ ਵਿਸ਼ਵਾਸ ਹੋਣਾ ਚਾਹੀਦਾ ਹੈ। ਜਿੰਦੇ ਤੇ ਅੰਧ ਵਿਸ਼ਵਾਸ ਕਰਨਾ ਹੈ, ਉਹ ਅੰਨਾ ਨਹੀਂ ਹੋਣਾ ਚਾਹੀਦਾ। ਇੰਨਾ ਫਰਕ ਹੈ। ਅੰਧ ਵਿਸ਼ਵਾਸ ਕਰੋ, ਪਰ ਉਹਦੇ ਤੇ ਕਰੋ ਜਿਹੜਾ ਅੱਗੇ ਅੰਨਾ ਨਾ ਹੋਵੇ। ਆ ਜਿਹੜੇ ਕੱਚੜ ਪਿੱਲੜ ਜੇ ਗੁਰੂ ਸੀ ਅੰਧੇ, ਧੀਆਂ ਕਹਿ ਕਹਿ ਕੇ, ਮਾਵਾਂ ਕਹਿ ਕਹਿ ਕੇ, ਫਿਰ ਉਹਨਾਂ ਨੇ ਬਹੁਤ ਕੁਕਰਮ ਕੀਤੇ ਉਹਨਾਂ ਨਾਲ। ਤੇ ਗੁਰੂ ਸੀ, ਲੋਕਾਂ ਨੇ ਅੰਧ ਵਿਸ਼ਵਾਸ ਕੀਤਾ ਸੀ ਉਹਨਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਅੰਧ ਵਿਸ਼ਵਾਸ ਕੀਤਾ ਬਿਰਥਾ ਨਹੀਂ ਜਾਂਦਾ, ਸਫਲਾ ਹੁੰਦਾ। ਇਸ ਕਰਕੇ ਫਿਰ ਪ੍ਰੇਮਾ ਰੂਪੀ ਪਾਣੀ ਦੇਣਾ ਸਹੀ ਰੂਪੀ ਖੇਤ ਵਿੱਚ। ਤੇ ਮਾਰ ਕਹਿੰਦੇ ਭਾਓ ਕਰਮ ਕਰ ਜਮਸੀ। ਜਦੋਂ ਖੇਤ ਨੂੰ ਬੀਜ ਵੀ ਬੀਜਤਾ ਤੇ ਪਾਣੀ ਵੀ ਦੇਤਾ, ਫਸਲ ਤੇ ਹੋਏਗੀ। ਫਿਰ ਇਧਰ ਮਾਰ ਕਹਿੰਦੇ ਸਰੀਰ ਰੂਪੀ ਖੇਤ ਵਿੱਚ ਜਦੋਂ ਨਾਮ ਦਾ ਬੀਜ ਵੀ ਬੀਜਤਾ, ਪ੍ਰੇਮਾ ਭਗਤੀ ਸ਼ਰਧਾ ਵੀ ਹੋਈ, ਸੁੱਖ ਫਲ ਤਾਂ ਪੱਕੀ ਮਿਲਣਗੇ। ਫਿਰ ਬੋਲ ਤਾਂ ਲੱਗਣਗੇ। ਫਿਰ ਐਵੇਂ ਸੁੱਖ ਨਹੀਂ ਮਿਲਦੇ, ਸ਼ੁਭ ਕਰਮ ਕਰਨੇ ਪੈਂਦੇ ਨੇ ਸਾਧ ਸੰਗਤ ਜੀ। ਨਹੀਂ ਤਾਂ ਜਿਵੇਂ ਦਾ ਕਰਮ ਵੈਸੇ ਦਾ ਵੈਸਾ ਫਲ। ਬਾਣੀ ਨੇ ਥਾਂ ਥਾਂ ਤੇ ਸਮਝਾਇਆ, ਇੱਕ ਥਾਂ ਤੇ ਨਹੀਂ ਸਮਝਾਇਆ। ਇੱਕ ਪੁਰਾਤਨ ਕਥਾ ਹੈ 11ਵਾਂ ਪਾਂਡਵਾਂ ਦੇ ਟਾਈਮ ਦੀ। ਪਹਿਲੀ ਪੋਥੀ ਦਮਦਮੀ ਟਕਸਾਲ, ਸੰਤ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ ਦਿੱਤਾ ਪ੍ਰਮਾਣ। ਕਹਿੰਦੇ ਧ੍ਰਿਤਰਾਸ਼ਟਰ ਦੇ ਦਿਸਦਾ ਨਹੀਂ ਸੀ, ਅੱਖਾਂ ਅੰਨੀਆਂ ਸੀ ਧ੍ਰਿਤਰਾਸ਼ਟਰ। ਤੇ ਕ੍ਰਿਸ਼ਨ ਭਗਵਾਨ ਅੱਗੇ ਉਹਨੇ ਉਜਰ ਕੀਤਾ, ਲਾਮਾ ਦਿੱਤਾ ਰੱਬ ਨੂੰ। ਕਾਹਦਾ ਉਜਰ ਹੈ? ਕਹਿੰਦੇ ਜੀ ਮੈਂ ਸ਼ੁਰੂ ਤੋਂ ਨਾ, ਮੇਰਾ ਕੀ ਦੋਸ਼ ਹੈ? ਤੁਸੀਂ ਕਹਿੰਦੇ ਹੋ ਜਿਵੇਂ ਦਾ ਕਰਮ ਬੰਦਾ ਕਰਦਾ ਹੈ ਉਵੇਂ ਦਾ ਫਲ ਪਾਉਂਦਾ। ਮੈਂ ਤਾਂ ਕਰਮ ਹੀ ਕੋਈ ਮਾੜਾ ਕੀਤਾ ਹੀ ਨਹੀਂਗਾ, ਤੇ ਮੈਂ ਇੰਨਾ ਕਿਉਂ ਹੋ ਗਿਆ ਸ਼ੁਰੂ ਤੋਂ? ਸਾਧ ਸੰਗਤ ਜੀ ਜਿਹੜਾ ਗੱਲ ਕਰ ਰਿਹਾ ਨਾ, ਉਹ ਦੱਸ ਵੀ ਰਿਹਾ ਉਹਨੂੰ ਸੋਝੀ ਕਿੰਨੇ ਜਨਮਾਂ ਦੀ ਹੈ, ਐ ਨਹੀਂ ਉਹਨੇ ਗੱਲ ਕੀਤੀ। ਤੇ ਜਿਹਨੇ ਜਵਾਬ ਦੇਣਾ ਉਹ ਵੀ ਭਗਵਾਨ ਹੈ। ਦੁਆਪਰ ਕ੍ਰਿਸ਼ਨ ਮੁਰਾਰ, ਇਹ ਭਗਵਾਨ ਅਸੀਂ ਆਪ ਨਹੀਂ ਕਹਿ ਰਹੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਭਗਵਾਨ ਹੈ। ਸ੍ਰੀ ਭਗਵਾਨ ਨਾ ਜਾਣੇ। ਇਸ ਕਰਕੇ ਭਗਵਾਨ ਨੂੰ ਕਹਿੰਦਾ, ਤੁਸੀਂ ਕਹਿੰਦੇ ਜੀਵ ਦੇ ਕਰਮਾਂ ਤੇ ਡਿਪੈਂਡ ਹੈ, ਜਿਵੇਂ ਦੇ ਕਰਮ ਕਰਦਾ। ਮੈਂ ਕਹਿੰਦਾ ਬੁਰਾ ਕੀਤਾ ਹੈ, ਮੈਂ ਕਹਿੰਦੀਆਂ ਅੱਖਾਂ ਤੋੜੀਆਂ ਨੇ, ਭੰਨੀਆਂ ਨੇ, ਕਿ ਮੈਂ ਅੱਖਾਂ ਤੋਂ ਹੀਣਾ ਹੋ ਗਿਆ, ਨੇਤਰਹੀਨ ਹੋ ਗਿਆ। ਕ੍ਰਿਸ਼ਨ ਭਗਵਾਨ ਕਹਿੰਦਾ ਰੱਬ ਬੇਨਿਆਈ ਨਹੀਂ ਕਰਦਾ। ਸੱਚ ਦੇ ਨਿਬੇੜੇ ਹੁੰਦੇ ਨੇ ਇਹਦੇ ਘਰ ਦੇ ਵਿੱਚ, ਧੱਕਾਸ਼ਾਹੀ ਨਹੀਂ ਚੱਲਦੀ। ਕ੍ਰਿਸ਼ਨ ਭਗਵਾਨ ਕਹਿੰਦੇ ਪਿਛਲੇ ਜਨਮਾਂ 'ਚ ਵੇਖ। ਕਹਿੰਦੇ ਜੀ ਮੈਂ ਦੇਖ ਲਏ। ਕ੍ਰਿਸ਼ਨ ਭਗਵਾਨ ਕਹਿੰਦੇ ਕਿੰਨੇ ਜਨਮ ਦੇਖਿਆ? ਕਹਿੰਦੇ ਜੀ ਮੈਂ 100 ਜਨਮ ਵੇਖ ਲਿਆ। ਵੇਖੋ, ਆਪਾਂ ਨੂੰ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲਾਂ ਦਾ ਪਤਾ ਨਹੀਂ ਕੀ ਕੀਤਾ ਸੀ।
ਵੈਸੇ ਤਾਂ ਕੱਲ ਦਾ ਹੀ ਭੁੱਲ ਜਾਂਦਾ, ਕੱਲ ਕੀ ਕੀ ਕੀਤਾ, ਇੰਨੀ ਮੈਮਰੀ ਯਾਦਦਾਸ਼ਤ ਘਟ ਚੁੱਕੀ ਸਾਡੀ। ਪਰ ਜੇ ਹੋਵੇ ਵੀ, ਪਰ ਜ਼ਿਆਦਾ ਦੂਰ ਨਹੀਂ ਆਪਾਂ ਯਾਦ ਰੱਖ ਸਕਦੇ, ਜ਼ਿਆਦਾ ਪਿਛਲਾ ਸਮਾਂ ਨਹੀਂ ਰੱਖ ਸਕਦੇ, ਸਾਰਾ ਪ੍ਰੋਪਰ ਯਾਦ ਨਹੀਂ ਆਪਾਂ ਨੂੰ ਵੀ 10 ਸਾਲ ਦੀ ਉਮਰ 'ਚ ਕੀ ਕੀ ਕਰਦੇ ਰਹੇ ਅਸੀਂ। ਪਰ ਉਹਨੂੰ 100 ਜਨਮ ਯਾਦ, ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਹੈ ਮਹਾਰਾਜ ਮੈਨੂੰ 100 ਜਨਮ ਯਾਦ ਹੈ, ਮੈਂ ਕਿਸੇ ਵੀ ਜਨਮ ਵਿੱਚ ਕਿਸੇ ਦਾ ਮਾੜਾ ਨਹੀਂ ਕੀਤਾ, ਮੇਰੇ ਨਾਲ ਬੁਰਾ ਕਿਉਂ ਹੋਇਆ, ਮੇਰੀਆਂ ਅੱਖਾਂ ਕਿਉਂ ਗਈਆਂ। ਕ੍ਰਿਸ਼ਨ ਭਗਵਾਨ ਕਹਿੰਦੇ ਨਹੀਂ ਨਹੀਂ, ਭਗਵਾਨ ਕਦੀ, ਰੱਬ ਕਿਹੜਾ ਕਾਲ ਪੁਰਖ ਹੈ, ਉਹ ਕਦੀ ਮਾੜਾ ਨਹੀਂ ਕਰਦਾ, ਇਸ ਤਰ੍ਹਾਂ ਸਜ਼ਾ ਨਹੀਂ ਦੇ ਸਕਦਾ। ਉਹ ਪੂਰਾ ਨਿਆਂ ਕਰੇ ਕਰਤਾਰ, ਉਹ ਪੂਰਾ ਨਿਆਂ ਕਰਦਾ ਹੈ। ਕਹਿੰਦੇ ਜੀ ਫਿਰ ਦੱਸੋ ਕਰੋ ਨਿਆਂ ਮੇਰਾ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਫਿਰ ਲੈ ਜਾ ਸੁਰਤ 106ਵੇਂ ਜਨਮ 'ਚ ਪਹੁੰਚ ਗਿਆ। ਕਹਿੰਦੇ ਜੀ ਪਹੁੰਚ ਗਿਆ। ਅੱਖ ਦੇ ਨਾਲ ਕੀ ਹੁੰਦਾ, ਟਿੱਡਾ ਹੱਥ 'ਚ ਫੜਿਆ, ਕਹਿੰਦੇ ਫੜਿਆ। ਇੱਕ ਹੱਥ 'ਚ ਤੇਰੇ ਕੀ ਹੈ, ਸੂਲ, ਕਿੱਕਰ ਦੀ ਸੂਲ, ਕਹਿੰਦੇ ਹਾਂ ਮਹਾਰਾਜ ਤੂੰ ਹੀ ਹੈ ਨਾ, ਕਹਿੰਦੇ ਹਾਂ ਮਹਾਰਾਜ ਮੈਂ ਹੀ। ਵੇਖ ਫਿਰ ਹੁਣ ਕੀ ਕਰਦਾ, ਟਿੱਡੇ ਨੂੰ ਫੜ ਕੇ ਅੱਖਾਂ ਵਿੱਚ ਸੂਲਾ ਮਾਰ ਰਿਹਾ। ਕੀਤਾ ਨਾ ਨੇਤਰੇਣ ਕਿਸੇ ਨੂੰ, ਸਿਆਣੇ ਕਹਿੰਦੇ ਨੇ ਕਿਸੇ ਅੱਗੇ ਟੋਇਆ ਪੁੱਟੀਏ ਪਹਿਲਾਂ ਗਿਰਨਾ ਪੈਂਦਾ, ਗਿਰਨਾ ਤਾਂ ਪੈਂਦਾ ਸੱਸ ਜੀ ਪੱਕਾ। ਕਿਸੇ ਦਾ ਬੁਰਾ ਕਰਕੇ, ਕਿਸੇ ਦੇ ਪੁੱਤਰ ਦੇ ਵਾਲ ਕੱਟ ਕੇ ਆਪਣੇ ਘਰ ਪੁੱਤਰ ਦੀ ਦਾਤ ਭਾਲਦਾ ਹੈ, ਖੁਸ਼ੀ ਨਹੀਂ ਮਿਲੇਗੀ, ਖੁਸ਼ੀ ਉਵੇਂ ਦੀ ਆਏਗੀ ਫਿਰ ਘਰ ਵਿੱਚ। ਟੂਣੇ ਕਰਕੇ ਕਿਸੇ ਦੇ ਘਰ ਧਾਗੇ ਤਵੀਤ, ਫਿਰ ਉਵੇਂ ਦਾ ਹੀ ਬੜਾ ਹੋਏਗਾ ਪਿਆਰਿਆ ਜਿਵੇਂ ਦਾ ਕਰਮ ਕੀਤਾ ਹੈ। ਅੱਖਾਂ ਤੋਂ ਹੀਣਾ ਕੀਤਾ, ਕਹਿੰਦਾ ਕੀਤਾ ਮਹਾਰਾਜ, ਤੇ ਫਿਰ ਤੂੰ ਕੀ ਕਹਿੰਦਾ ਹੈ, ਰੱਬ ਨਿਆਂ ਨਹੀਂ ਕਰਦਾ, ਬੇਨਿਆਈ ਕੀਤੇ, ਬੇਨਿਆਈ ਤੇਰੇ ਨਾਲ, ਕਹਿੰਦੇ ਨਹੀਂ ਮਹਾਰਾਜ ਮੇਰੇ ਨਾਲ ਬੇਨਿਆਈ ਨਹੀਂ। ਠੀਕ ਹੈ, ਇੱਕ ਹੋਰ ਸ਼ੰਕਾ, ਕਹਿੰਦੇ ਮੇਰਾ 100 ਪੁੱਤਰ ਮਾਰਿਆ ਗਿਆ, ਮੈਂ ਕਿਸੇ ਦਾ ਪੁੱਤਰ ਤੇ ਨਹੀਂ ਮਾਰਿਆ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਉਹ ਵੀ ਮਾਰਿਆ ਹੀ ਹੋਣਾ, ਕੀਤਾ ਹੋਣਾ ਤਾਂ ਸਜ਼ਾ ਮਿਲੀ, ਤੇਰੀ ਅੱਖਾਂ ਦੇ ਸਾਹਮਣੇ ਤਾਂ ਗਏ ਨੇ। ਕਹਿੰਦਾ ਮਹਾਰਾਜ ਮੈਂ ਨਹੀਂ ਮਾਰਿਆ, ਮੈਨੂੰ ਯਾਦ ਹੈ 106 ਜਨਮਾਂ ਬਾਰੇ ਪਤਾ ਹੈ। ਕ੍ਰਿਸ਼ਨ ਭਗਵਾਨ ਕਹਿੰਦੇ ਚੱਲ ਫਿਰ 107ਵੇਂ ਜਨਮ 107ਵੇਂ ਜਨਮ ਚਲਾ ਗਿਆ। ਕਹਿੰਦੇ ਰਾਜਾ ਸੀ ਤੂੰ, ਕਹਿੰਦੇ ਹਾਂ ਮਹਾਰਾਜ ਰਾਜਾ ਸੀ। ਮਾਸ ਦਾ ਸ਼ੌਕੀਨ ਸੀ ਖਾਣ ਦਾ, ਕਹਿੰਦੇ ਹਾਂ ਮਹਾਰਾਜ ਮਾਸ ਖਾਣ ਦਾ ਸ਼ੌਕੀਨ ਸੀ। ਕਹਿੰਦੇ ਜਿਹੜੇ ਤੈਨੂੰ ਮਾਸ ਖਵਾਉਂਦੇ ਸੀ ਨਾ, ਇਹਦੀ ਲੀਡ ਕਰਦੇ, ਜਿਹੜੇ ਤੈਨੂੰ ਮਾਸ ਖਵਾਉਂਦੇ ਸੀ, ਜਦੋਂ ਜਿਵੇਂ ਅੱਜ ਮੀਂਹ ਪਿਆ ਝੜੀ ਲੱਗ ਗਈ, ਹੋ ਰਹਿਣ ਦੇ ਭਰਾਵਾ, ਦੂਜਾ ਮੈਂ ਕਿਹਾ ਜਦੋਂ ਝੜੀ ਲੱਗ ਗਈ ਤੇ ਉਹ ਜੰਗਲ ਦੀ ਜਾਣ ਦੀ ਬਜਾਏ ਤੇਰੇ ਘਰ ਵਿੱਚ ਹੰਸਾਂ ਦਾ 100 ਬੱਚਾ ਸੀ, 100 ਬੱਚਾ ਸੀ ਹੰਸਾਂ ਦਾ। ਉਹਨਾਂ ਨੇ ਇੱਕ ਮਾਰ ਕੇ ਉਹ ਖਵਾ ਦਿੱਤਾ ਵੀ ਕਿਹੜਾ ਜੰਗਲ 'ਚ ਜਾਏਗਾ ਮਾਰ ਕੇ ਲਿਆਏਗਾ। ਇੱਕ ਖਵਾਇਆ ਤੈਨੂੰ ਤੇ ਤੈਨੂੰ ਬੜਾ ਸਵਾਦ ਆਇਆ, ਤੂੰ ਕਿਹਾ ਇਹਦੇ ਨਾਲ ਦਾ ਹੀ ਮਾਸ ਰੋਜ਼ ਮਿਲਣਾ ਚਾਹੀਦਾ। ਉਹਨਾਂ ਨੇ ਇੱਕ ਇੱਕ ਕਰਕੇ 100 ਬੱਚਾ ਮਾਰ ਕੇ ਤੈਨੂੰ ਖਵਾ ਦਿੱਤਾ। ਖਾਧਾ ਸੀ, ਕਹਿੰਦੇ ਖਾਧਾ ਸੀ। ਜਦੋਂ ਹੰਸ ਆਏ, ਜਿਵੇਂ ਸਾਡੀ ਅੱਖਾਂ ਸਾਹਮਣੇ ਸਾਡਾ 100 ਬੱਚਾ ਮਾਰ ਦਿੱਤਾ, ਜਦੋਂ ਇਹਦਾ 100 ਮਰੇਗਾ ਉਦੋਂ ਇਹਨੂੰ ਪਤਾ ਲੱਗੇਗਾ। ਕਹਿੰਦੇ ਜੈ ਜੀ ਹੈ ਨਾ ਫਿਰ ਤੇਰੇ ਨਾਲ, ਕਹਿੰਦੇ ਹਾਂ ਮਹਾਰਾਜ। ਫਿਰ ਤੂੰ ਕਹਿੰਦਾ ਪ੍ਰਮਾਤਮਾ ਬੇਨਿਆਈ ਕਰਦਾ। ਆ ਜਿਹੜੇ ਲੋਕ ਰੋਣਾ ਰੋਈ ਜਾਂਦੇ ਨੇ, ਰੱਬ ਨੇ ਆ ਕਰਤਾ ਉਹ ਕਰਤਾ, ਮੇਰੇ ਨਾਲ ਬੁਰਾ ਕਰ ਦਿੱਤਾ। ਪਿਆਰਿਓ ਕੀਤਾ ਹੈ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ। ਪਿਆਰੇ ਦੋਸ਼ ਨਾ ਕਿਸੇ ਨੂੰ ਦੇ, ਪਿਆਰੇ ਦੋਸ਼ ਨਾ ਕਿਸੇ ਨੂੰ ਦੇਵੀਂ, ਦੋਸ਼ ਤੇਰੇ ਕਰਮਾਂ ਦਾ,
ਦੋਸ਼ ਨਾ ਕਿਸੇ ਨੂੰ ਦੇਵੀ, ਦੋਸ਼ ਤੇਰਿਆਂ ਕਰਮਾਂ ਦਾ। ਦੋਸ਼ ਨਾ ਕਿਸੇ ਨੂੰ ਦੇਵੀ, ਦੋਸ਼ ਤੇਰਿਆਂ ਕਰਮਾਂ। ਪਿਆਰੇ ਦੋਸ਼ ਨਾ ਕਿਸੇ ਨੂੰ ਦੇਵੀ, ਦੋਸ਼ ਤੇਰੇ ਕਰਮਾਂ ਦਾ। ਸਦਾ ਦੋਸ਼ ਨ ਦਿਓ ਕਿਸੈ, ਦੋਸ਼ ਕਰਮਾਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। ਆਪਣੇ ਕਰਮਾਂ ਦਾ ਦੋਸ਼ ਹੈ, ਬਾਣੀ ਕਹਿੰਦੀ ਹੈ। ਕਿਸੇ ਦਾ ਕੋਈ ਦੋਸ਼ ਨਹੀਂ ਹੈ ਸਾਧ ਸੰਗੀ। ਇਹ ਤਨ ਰੂਪ ਤਾਂ ਕਰਕੇ ਮਾਰੇ ਕਹਿੰਦੇ ਨੇ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਈ ਮਤ ਭਰਮ ਭੁੱਲੋ ਭੁੱਲੋ। ਗੁਰੂ ਨਾਨਕ ਦੇਵ ਮਾਰੀ ਕਹਿੰਦੇ, ਨਾਮ ਦਾ ਬੀਜ ਬੀਜੋ ਪਿਆਰਿਓ ਖੇਤ ਰੂਪੀ ਸਰੀਰ ਵਿੱਚ। ਜਦੋਂ ਬੀਜੋਗੇ ਤੇ ਫਿਰ ਸੁੱਖ ਰੂਪੀ ਫਲ ਮਿਲਣਗੇ ਸਾਧ ਸੰਗਤ। ਜਿਵੇਂ ਡਾਕਟਰ ਕੋਲੋਂ ਦਵਾਈ ਲਿਆ ਕੇ ਆਪਾਂ ਪਰਹੇਜ਼ ਵੱਡਾ ਹੁੰਦਾ, ਖੱਟੀ ਚੀਜ਼ ਨਹੀਂ ਖਾਣੀ ਤਾਂ ਅਸਰ ਕਰੇਗੀ। 2000 ਦੀ ਦਵਾਈ ਹੈ, 10 ਰੁਪਏ ਦੇ ਪਕੌੜੇ ਨੇ, ਕੰਮ ਬਰਾਬਰ ਹੈ। ਬਹੁਤ ਸਿਮਰਨ ਕੀਤਾ, ਭਜਨ ਕੀਤਾ, ਵਿੱਚ ਮਨ ਵਿੱਚ ਵਿਕਾਰ, ਗਰਭ ਆ ਗਿਆ ਹੰਕਾਰ। ਮਾਰਗ ਕਹਿੰਦੇ ਤਪ ਵੀ ਕੀਤਾ ਹੋਵੇ ਨਾ, ਤਪ ਵੀ, ਉਹ ਵੀ ਇਸ ਤਰ੍ਹਾਂ ਤੁਰ ਜਾਏਗਾ ਨਾ ਹੋਇਆ ਵਰਗਾ ਜੇ ਗਰਭ ਆ ਜੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ 9ਵੇਂ ਮੱਲੇ ਦੇ ਸ਼ਲੋਕਾਂ ਵਿੱਚ, ਸੱਚੇ ਪਾਤਸ਼ਾਹ ਕਹਿੰਦੇ ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਵੇਂ ਕੁੰਚਰ ਦਾ ਇਸ਼ਨਾਨ ਕੀਤਾ ਬਿਰਤਾ, ਸਵੇਰ ਤੋਂ ਲੈ ਕੇ ਹਾਥੀ ਨੂੰ ਚੰਦਨ ਮਲ ਮਲ ਕੇ ਨਵਾਈ ਜੋ, ਬਾਅਦ ਵਿੱਚ ਉਹਨੇ ਗਾਰ ਦੀ ਸੁੰਡ ਭਰਨੀ ਆਪਣੇ ਤੇ ਸੱਟ ਲੈਣੀ। ਨਵਾਇਆ ਨਾ ਨਵਾਇਆ ਹੋਇਆ ਵਰਗਾ। ਸਿਮਰਨ ਕੀਤੀ ਗਏ, ਕਰੀ ਗਏ, ਭਜਨ ਪਾਠ ਕਰੀ ਗਏ, ਸੇਵਾ। ਮੈਂ ਨਾ ਸੇਵਾ ਕਰਦਾ ਕਿਤੇ ਗੁਰਦੁਆਰੇ ਹੋ ਜਾਣੀ ਸੀ, ਕਿਤੇ ਮੈਂ ਨਾ ਕਰਦਾ ਕਿਤੇ ਹੋ ਜਾਣਾ ਹੀ ਕੰਮ ਗਿਆ ਬਿਰਥਾ। ਇਹ ਪਰਹੇਜ ਹੈ ਬੜਾ ਵੱਡਾ ਸਾਧ ਸੰਗੀ। ਸੀ ਰੂਪੀ ਖੇਤ ਰੂਪੀ ਜਦੋਂ ਨਾਮ ਦਾ ਬੀਜ ਬੀਜਣਾ। ਇਸ ਕਰਕੇ ਸਾਧ ਸੰਗੀ ਜਿਵੇਂ ਦਾ ਬੀਜ ਬੀਜੀ ਜਾਂਦਾ ਉਵੇਂ ਦਾ ਫਿਰ ਇਹ ਵੱਢੀ ਜਾਂਦਾ। ਜਪਜੀ ਸਾਹਿਬ ਦੇ ਵਿੱਚ ਜਦੋਂ ਆਪਾਂ ਜਪਜੀ ਸਾਹਿਬ ਦੀ 20ਵੀਂ ਪੌੜੀ ਪੜ੍ਹਦੇ ਹਾਂ, ਉਹਦੇ ਅਖੀਰ ਵਿੱਚ ਕਿਹਾ ਹੈ, ਆਪੇ ਬੀਜ ਆਪੇ ਹੀ ਖਾਹੋ। ਔਂਕੜ ਹੈ, ਜੇ ਖਾਹੋ ਬੋਲਤਾ ਹੋੜਾਂ ਬਣ ਜਾਣੀਆਂ। ਉਸਤਾਦ ਕਹਿੰਦਾ ਔਂਕੜ ਵੀ ਬੋਲਣੀ ਹੈ, ਹੋੜਾਂ ਵੀ ਨਹੀਂ ਬੋਲਣੀ। ਇੰਨਾ ਫਰਕ ਹੁੰਦਾ ਉਚਾਰਨ। ਆਪੇ ਬੀਜ ਆਪੇ ਹੀ ਖਾਹ, ਕਹਿੰਦੇ ਖਾ ਕੰਨਾਂ ਨੂੰ ਲਮਕਾਓ, ਔਂਕੜ ਨੂੰ ਘਟਾਓ। ਉਸਤਾਦਾਂ ਦੀ ਸੰਥਿਆ ਐਵੇਂ ਦੀ ਹੁੰਦੀ। ਸਿਹਾਰੀ ਵੀ ਲਾਉਣੀ ਹੁੰਦੀ ਹੈ, ਸਿਹਾਰੀ ਨਹੀਂ ਲੱਗਦੀ ਗੁਰੂ ਗ੍ਰੰਥ। ਕਿਉਂ ਨਹੀਂ ਲੱਗਦੀ? ਘੱਟ ਆਵਾਜ਼ ਹੁੰਦੀ ਹੈ ਸਿਹਾਰੀ ਦੀ। ਬਿਹਾਰੀ ਵੀ ਬਿਹਾਰੀ ਪੂਰੀ ਲੱਗਦੀ ਜ਼ੋਰ ਕਰਕੇ। ਲਾਂ ਦੀ ਆਵਾਜ਼ ਘੱਟ ਹੈ, ਦਲਾਂ ਦੀ ਜ਼ਿਆਦਾ ਹੀ ਹੈ। ਹੋੜਾਂ ਦੀ ਘੱਟ ਹੈ, ਕਨੌੜਾਂ ਦੀ ਜ਼ਿਆਦਾ ਹੈ। ਜਿਵੇਂ ਊੜੇ ਦੇ ਔਂਕੜ ਬੋਲੀ ਨਾ ਕੂ, ਐਵੇਂ ਕਨੌੜਾ ਬੋਲੀ ਜਾਂਦੀ। ਇਸ ਕਰਕੇ ਸੋ ਸਾਧ ਸੰਗੀ ਉਚਾਰਨ ਨੇ ਬਾਣੀ ਦੇ, ਆਪੇ ਬੀਜ ਆਪੇ ਹੀ ਖਾਹ। ਸੱਜਣ ਸੱਚਾ ਪਾਤਸ਼ਾਹ, ਸ਼ਾਹੋ ਨਹੀਂ ਹੋੜਾ ਲੱਗ ਗਿਆ ਫਿਰ ਤਾਂ।
फिर तो होड़ा की आवाज आ गई, अनर्थ हो गया साध संगत जी, गलत उचारण हो गया। बाणी के उचारण ने ताई 10वें पातशाह ने टकसालां बनाईयां, बाबा दीप सिंह नूं कहा सेवा लैनी है शहीद भाई मनी सिंह जी, आ जिन्ने अर्थ मेरे तो सब की दिलवंडी सुने ना गुरु ग्रंथ साहिब महाराज ने, शुद्ध उचारण ते अर्थ पाठ बोध। क्योंकि जदों दखणी औंकर दी बाणी पढ़दा सी आनंदपुर साहिब विच सिख, ते जदों पढ़दा पे करते की मित करता जाने के जाने दी थां ते साध संग दी एक लां छड्ड गया सी। महाराज कहंदे शुद्ध उचारण कर, के दे अर्थ ने की जानदा गुरु, इस करके उत्ते कै दे अर्थ गुरु दे पॉजिटिव विच हो जांदे ने, हक विच हो जांदे ने, सत्कार विच हो जांदे ने। भी कौन जा सकदा है, उनदी करते दी मित कोई नहीं जान सकदा, ते गुरु की जानदा फिर के, ये अर्थ गलत हो जांदे ने। एक लां बदलना, आ सुखमनी साहिब च कई बार पाठ नहीं लाइव टीवी च आउंदा, प्रभ कै नूं के ही पढ़ी जांदे ने, कोई ध्यान ही नहीं दिंदा। टीवी ते पाठ आ रहा जी, बड़ा शुद्ध आ रहा, शुद्ध आ रहा, वो तो फिर शुद्ध जिन्हें सीखिया वो दसेगा ना शुद्ध आ रहा जां अशुद्ध आ रहा। वेख लियो तुसीं सुन के, कै प्रभ कै नूं के, प्रभ के, प्रभ कौ, उत्थे सासनिक कक्का ते उड़े औंकड़े पूरा बोलना, कौ को उचारण बाणी। ज्ञानवान इशारे समझ जाते होंगे साध संगत। आपे बीज आपे ही खाओ, 10वें पातशाह महाराज ने 3 वारी समझाया, ना समझे। संत जरनैल सिंह जी खालसा पिंडरां वाले कहते फिर महाराज ने कहा सी पोथी सत्कार ना रख के मूँह के उत्ते थप्पड़ मारो, जेड़े मूँह ने गुरु के अंग तोड़े, सजा मिली सी उन्हें। सिख ने उजड़ किया जी महाराज हम अज्ञान अलप मत थोड़ी, साडी मत थोड़ी, हुण किरपा कर फिर उचारण दस, शुद्ध उचारण दस, सानू की पता। मार कहंदे समा आएगा जंगा युद्धां तो वेले हो गए ना जदों, उदों जरूर दसांगे। फिर जदों महाराज ने शास्त्र लाते दम दमा साहिब, उनके अर्थ की है दम मतलब सां, शास्त्र लाते जंग वाले पासों ले लिया महाराज ने सां, दम दमा साहिब सब की तलवंडी तख्त। इत्थे फिर उन्हें बेनती की सिख ने, महाराज हुण तुसीं किरपा करो। इत्थे फिर महाराज 9 महीनों दे विच अपने अनुभव दे नाल धीरमलियां कोल सरूप लैण गए सी, उन्होंने जवाब दिता सी तुहाडा गुरु समर्थ आप रच ले बाणी। फिर महाराज ने नेत्र बंद करके पहले दिन 13 अंग उचारे सी महाराज ने, एक ओंकार तो लैके ये जिथे बाणी आउंदी है अंतरजामी पुरख विदाते शरदा मन की पूरे, नानक दास यह है, इत्थे यह है लिखे, इस 13 अंग बनते हैं इत्थे। ये महाराज ने 12 वजे तक उचारते थे। इधर शहीद भाई मनी सिंह लखारी, दूजे लखारी गुरु ग्रंथ साहिब, वो लिखते थे 13 अंग लिखा दिते ते साध संगत जी 12 वजे तो बाद फिर उनके अर्थ किए महाराज ने। 9 महीने लगे सी महाराज। पहला कई कहते खंड पाठ की मर्यादा कितों चली, पहला खंड पाठ फिर 10वें पातशाह ने कराया, सब की तलवंडी 25 सिंह ला के, 25 सिंह शास्त्रधारी भी 5, धूपीए भी 5, जापीए भी 5, सारे 5, सेवादार भी 5, ग्रंथी सिंह भी 5। इस करके साध संगत जी वो जिहड़े अर्थ सुने सी बाबा जी ने, बाबा दीप सिंह ने, वो फिर टकसाल चलाई, दमदमी टकसाल बाबा दीप सिंह दे चली। श्रोमणी कमेटी दे माता सुंदर कौर जी दे कहण तो इंचार्ज कार सारी संभालना की शहीद भाई मनी सिंह। ये माता सुंदर कौर दे विच हथ सी हुक्मनामे, जो 10वें पातशाह शरीर छड्ड गए सी, जोत विच जोत कालपुर दे विच समा गए सी, उदों माता सुंदर कौर मुख्तियारी आ गई सी, प्रबंध विच ढिलपन पै गया सी थोड़ा जा, फिर माता जी ने अपने हथ च ले ली सी हुक्मनामे। जब शहीद भाई मनी सिंह नूं फिर दिल्ली तो भेजिया सी। इस करके श्रोमणी कमेटी की उत्थों चली शहीद बाबा दीप सिंह तो फिर वो चली दमदमी टकसाल, शुद्ध उचारण आपे बीज आपे ही खा हो। इस तरह मार कहते जिवें दा सरीर रूपी खेत विच बीज बीजेगा उवें वड्डेगा। हुण समाप्ति का भी समा हो गया,
छोटा जिहा प्रमाण दे के समाप्ति करिए। एक कोई साधु मंगदा सी घर घर विच, पा दे नी माई हर के लेके, नहीं करी तां करके देखे। माई कहंदी रोज बाबा कहंदा नहीं करी तां करके देखे, अज करके वेख लेने। माता ने 4 प्रशादे बनाए, जहर पाता विच, जहर पा के प्रशादे देते सेवादार नूं। हुण आपे बीज आपे ही खा, जिवें दा बीज बीजना उवें ही वंडना ना। बीज बीजता, हुण जहर पाता। साध संगत जी कर्म 3 प्रकार दे हुंदे ने, किरमेन, संचित, प्रारब्ध। आ हुंदे नहीं फल दे बूटे, दिनां विच भी फल लग जांदा, हाँ जी, महीनों बाद भी। इमली का बूटा साल कई साल लंघ जाते है ना। कर्म 3 प्रकार के ने, छेती भी मिल जाता है, टाइम भी लग जाता है, जन्म भी पै जाते हैं कई बार। ये अलग मैटर है भी क्यों लगते हैं, इन्ना अपने को विस्तार का टाइम नहीं। वो बीज बीजता, माता ने 4 प्रशादे बनाए, जहर पाता। बाबा जी आ गए अलख जगाई, पा दे नी माई हर के लेके, नहीं करी तां करके देखे। वो साध संगत जी देते चहर वाले प्रशादे। माता दे 4 पुत्र सी, खेत विच बाहर काम करते सी। साधु रो रस्ते तो लंघे जा रहे कुदरती सबब नाल। वो कहंदे बाबा जी इधर नूं आ जाओ मना जा। कहंदे आ गए भाई, सानू लंगर छकाओ, उत्थे भी छकाना ही है संगत नूं। कहंदे भाई असीं तां छकाना ही, कोई छक ले, तुसीं छक लो। जदों कड्ढण लगे, वो माता ने जिंदे 4 पुत्र सी, 4 प्रशादे जहर पा के रखे सी, वो 4 ही हत्थ 'च आ गए कुदरत दे सबब नाल। 4 रखते, 4 दे तलियां ते एक एक रखता, एक एक खांदे गए, 4 ही सौंदे गए। जदों माई आई, 4 ही सुते पए ने। वेख लिया अखां नाल, पा दे नी माई हर के लेखे, नहीं करी तां करके भी देखे। जैसा बीजेगा वटेगा मना मेरिया, फल तेरे कर्मां दा। जैसा बीजेगा वटेगा मना मेरिया, फल तेरे कर्मां दा। बीजेगा वटेगा मना मेरिया, वटेगा मना, फल तेरे कर्मां। जैसा बीजेगा वटेगा मना मेरिया, फल तेरे कर्मां दा। ओ फल तेरिया इन्नी को हाजरी प्रवान करियो। परिवार ने कहा सी 12 बजे समाप्ति कर दियो, इस करके भावें 10 बजे भोग पाना ही, फिर थोड़ा जिहा लेट करता, क्योंकि ज़्यादा लम्मा संगतां कोल बहना भी औखा हो जाता है। विचार की कमी नहीं, भावें साडे कोल तां 2 घंटे होर लवा लो। कई बार दूजे पासे विचारत हो जाती, शायद बाबा जी नूं अगे विचार नहीं आउंदी होनी, तां करे कहिंदे होणे 1 बजे तक कित्थों कीर्तन करांगे सी। नहीं नहीं, हरेक काम लिमिट च सोहना लगता, मर्यादा च लाउण नूं भावें 2 घंटे होर ला लईए, कोई गल ही नहीं। महाराज दी किरपा है, सच्चे पातशाह इत्थों ही प्रसंग चली जाने ने, होर इतिहास दीयां विचारां चली जाने, पर हरेक जिहड़ी गल मर्यादा च शुभ नहीं कहूंदी। सत्संग
12 ਵੱਜ ਜਾਣੇ ਨੇ। ਆਨੰਦ ਸਾਹਿਬ ਦਾ ਪਾਠ ਵੀ ਹੋਣਾ ਹੈ, ਅਰਦਾਸ ਵੀ ਹੋਣੀ ਹੈ, ਹੁਕਮਨਾਮਾ ਵੀ, ਗੁਰੂ ਕੀ ਦੇਗ ਵੀ ਵਰਤਾਉਣੀ ਹੈ। ਇਸ ਕਰਕੇ 12 ਵਜੇ ਹੁਕਮ ਹੋਇਆ ਸੀ ਸਮਾਪਤੀ ਕਰ ਦਿਓ। 12 ਵਜਣ 'ਚ 15 ਮਿੰਟ ਬਾਕੀ ਨੇ। ਹੁਣ ਆਪਾਂ ਆਨੰਦ ਸਾਹਿਬ ਦਾ ਪਾਠ ਕਰੀਏ ਸਾਰੇ ਰਲ ਮਿਲ ਕੇ, ਫਿਰ ਅਰਦਾਸ ਹੁਕਮਨਾਮੇ ਸੁਣ ਕੇ ਗੁਰੂ ਕੀ ਦੇਗ ਲੈ ਕੇ ਲੰਗਰ ਤਿਆਰ ਹੈ ਪਰਿਵਾਰ ਵੱਲੋਂ, ਲੰਗਰ ਛਕ ਕੇ ਫਿਰ ਜਾਣਾ। ਸਾਰੇ ਪਰਿਵਾਰ ਵੱਲੋਂ ਜੀ ਆਇਆਂ ਆਖਿਆ ਜਾਂਦਾ ਹੈ, ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਕੀਰਤਨ ਦੇ ਸਤਿਕਾਰ ਵਜੋਂ ਪਰਿਵਾਰ ਵੱਲੋਂ ਜਿੰਨੀ ਵੀ ਸੰਗਤ ਬੈਠੀ, ਮਹਾਰਾਜ ਨਾਂ ਜਾਣਦੇ। ਹੁਣ ਤਕਰੀਬਨ ਨਾਵਾਂ ਦਾ ਪਤਾ ਲੱਗ ਗਿਆ ਪਿੰਡ 'ਚ। ਅਰਦਾਸ ਹੁੰਦੀ ਰੋਜ਼ ਦੇਗ ਦੀ, ਬੋਲ ਵੀ ਸਕਦੇ ਆਪਾਂ, ਪਰ ਮਹਾਂਪੁਰਸ਼ ਕਹਿੰਦੇ ਸੀ ਬੋਲਿਆ ਨਾ ਕਰੋ, ਵਿਚਾਰਾਂ ਵੱਲ ਧਿਆਨ ਰੱਖਿਆ ਕਰੋ। ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਸੀ, ਜਥੇ 'ਚ ਰਹੇ ਹਾਂ, ਕਹਿੰਦੇ ਵਿਚਾਰ ਵੱਲ ਧਿਆਨ ਰੱਖਿਆ ਕਰੋ, ਗੁਰੂ ਆਪ ਹੀ ਭੇਜ ਦੇਗਾ। ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਹੈ, ਗੁਰੂ ਨਾਲ ਆਪ ਹੀ ਸਤਿਕਾਰ ਕਰ ਦੇਣਗੇ। ਇਸ ਕਰਕੇ ਗੁਰੂ ਜਾਣਦਾ, ਉਹਨੇ ਆਪ ਹੀ ਸੇਵਾ ਕਰਾ ਲੈਣੀ। ਇਸ ਕਰਕੇ ਆਪਾਂ ਵਿਚਾਰ ਵੱਲ ਧਿਆਨ ਰੱਖਿਆ, ਨਾ ਨਹੀਂ ਬੋਲੇ। ਗੁਰੂ ਜਾਣਦਾ ਜਿਨ੍ਹਾਂ ਖਜ਼ਾਨੇ 'ਚ ਮਾਇਆ ਆਈ, ਸਤਿਗੁਰ ਸੋ ਖਜ਼ਾਨੇ ਭਰਪੂਰ ਕਰਨ। ਇੱਥੇ ਸਿਆਣੇ ਸਿਆਣੇ ਬੈਠੇ ਨੇ, ਬਾਣੀ ਪੜ੍ਹਨ ਵਾਲੇ ਪਾਠੀ ਸਾਹਿਬਾਨ, ਗ੍ਰੰਥੀ ਸਾਹਿਬਾਨ, ਬਜ਼ੁਰਗ ਸਾਹਿਬਾਨ, ਬਾਣੀ ਪੜ੍ਹਨ ਵਾਲੇ, ਇਤਿਹਾਸ ਦੀਆਂ ਵਿਚਾਰਾਂ ਸੁਣਨ ਵਾਲੇ, ਕਰਨ ਵਾਲੇ, ਪੜ੍ਹਨ ਵਾਲੇ। ਇੱਕ ਨਹੀਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਅਸੀਂ ਭੁੱਲਣਹਾਰ ਹਾਂ। ਸਤਿਗੁਰ ਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਸਿੱਖ ਦਾ ਨਾਂ ਹੈ, ਸਾਰੀ ਉਮਰ ਹੀ ਸਿੱਖਦਾ ਰਹਿੰਦਾ, ਜਿੰਨਾ ਮਰਜੀ। ਹੁਣ 20 ਸਾਲ ਤੋਂ ਉੱਪਰ ਹੋ ਗਏ ਨੇ ਕਥਾ ਕੀਰਤਨ ਕਰਦੇ ਨੇ, ਤੇ ਜੇ ਆਪਾਂ ਕੀ ਗਲਤੀ ਨਹੀਂ, ਸਿੱਖ ਦਾ ਜੀਵਨ ਹੀ ਹੈ ਸਿੱਖਣਾ, ਸਾਰੀ ਉਮਰ ਹੀ ਸਿੱਖਦਾ ਰਹਿੰਦਾ। ਇਸ ਕਰਕੇ ਭਾਈ ਹੋਈਆਂ ਭੁੱਲਾਂ ਦੀ ਮਾਫੀ, ਅੱਗੇ ਤੋਂ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ। ਸਰਦਾਰ ਬਾਬਾ ਸਿੰਘ ਨੰਬਰਦਾਰ ਦੇ ਸਾਰੇ ਪਰਿਵਾਰ ਤੇ ਬੱਚਿਆਂ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖਣ। ਨਾਮ ਸਿਮਰਨ ਗੁਰਸਿੱਖੀ ਜੀਵਨ ਦਾਤਾਂ ਬਖਸ਼ ਕਰਨ। ਦੇਸਾਂ ਵਿਦੇਸ਼ਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮਹਾਰਾਜ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ।